ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪਾਂ 2 ਐਪੀਸੋਡ ਬਾਬਾ ਬੁੱਲ੍ਹਾ ਸ਼ਾਹ ਦੇ ਆਪ ਜੀ ਨਾਲ ਸਾਂਝੇ ਕੀਤੇ ਹਨ। ਤੀਸਰਾ ਵੀ ਐਪੀਸੋਡ ਬਾਬਾ ਬੁੱਲ੍ਹਾ ਸ਼ਾਹ ਦੇ ਨਾਂ 'ਤੇ ਅੱਜ ਕਰ ਰਹੇ ਹਾਂ, ਜਿਹੜੀ ਕਿ ਇੱਕ ਮਜ਼ੇਦਾਰ ਕਥਾ ਵੀ ਹੈ, ਮਜ਼ਾਕ ਵਾਲੀ ਕਥਾ ਵੀ ਹੈ ਅਤੇ ਇੱਕ ਵਿਚਾਰ ਵਾਲੀ ਵੀ ਕਥਾ ਹੈ ਕਿ ਜੋ ਅੰਧ ਪ੍ਰਸਤੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ, ਜਿਸ ਦੇ ਵਿੱਚ ਕੋਈ ਵਿਚਾਰ ਨਹੀਂ। ਉਹ ਕਿਸ ਤਰ੍ਹਾਂ ਲੋਕ ਠੱਗੇ ਜਾਂਦੇ ਹਨ ਔਰ ਕਿਸ ਤਰ੍ਹਾਂ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ, ਇਸ ਚੀਜ਼ ਦੀ ਵਿਚਾਰ ਕਰਾਂਗੇ। ਬਾਬਾ ਬੁੱਲ੍ਹੇ ਸ਼ਾਹ ਰਮਤ ਕਰਦੇ ਹੋਏ ਘੁੰਮਦੇ ਘੁੰਮਦੇ ਫਕੀਰਾਂ ਵਾਂਗ ਇੱਕ ਰਾਤ ਇੱਕ ਨਗਰ ਦੇ ਵਿੱਚ, ਦੂਸਰੀ ਰਾਤ ਦੂਜੇ ਨਗਰ ਦੇ ਵਿੱਚ ਫਕੀਰਾਂ ਵਾਂਗ ਘੁੰਮਦੇ ਹੋਏ ਬਾਬਾ ਬੁੱਲ੍ਹੇ ਸ਼ਾਹ ਦੁਨੀਆ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਜਿਹੜਾ ਕੂੜ ਦਾ ਪਰਦਾ ਹੈ ਉਸ ਨੂੰ ਪਾੜਦੇ ਹੋਏ, ਉਸ ਦੇ ਲੋਕਾਂ ਦੀਆਂ ਅੱਖਾਂ ਤੋਂ ਅੰਧੇਰਾ ਚੱਕਦੇ ਹੋਏ ਦੁਨੀਆ ਨੂੰ ਉਪਦੇਸ਼ ਦਿੰਦੇ ਹਨ, ਕਿਉਂਕਿ ਉਹ ਚਾਨਣ ਮਨਾਰਾ ਸੂਰਜ ਦੀ ਤਰ੍ਹਾਂ ਹੁੰਦੇ ਹਨ। ਜਿਸ ਤਰ੍ਹਾਂ ਸੂਰਜ ਚੜ੍ਹ ਜਾਂਦਾ ਹੈ ਅਤੇ ਜਿਹੜਾ ਕੂੜ ਦਾ ਪਰਦਾ ਹੁੰਦਾ ਹੈ, ਕੂੜ ਦੀ ਰਾਤ ਹੁੰਦੀ ਹੈ, ਉਹ ਖਤਮ ਹੋ ਜਾਂਦੀ ਹੈ। ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜ੍ਹਿਆ, ਜਿਸ ਤਰ੍ਹਾਂ ਬਾਬੇ ਨਾਨਕ ਦੀ ਬਾਣੀ ਹੈ। ਕੂੜ ਦੀ ਰਾਤ ਹੈ, ਮੱਸਿਆ ਵਾਲੀ ਰਾਤ ਹੈ। ਸੱਚ ਦਾ ਚੰਦਰਮਾ ਦਿਸਦਾ ਨਹੀਂ ਕਿੱਥੇ ਚੜ੍ਹਿਆ ਹੈ, ਕਿਉਂਕਿ ਮੱਸਿਆ ਦੀ ਰਾਤ ਨੂੰ ਚੰਦਰਮਾ ਦੇ ਦਰਸ਼ਨ ਨਹੀਂ ਹੁੰਦੇ, ਸਾਰੀ ਰਾਤ ਅੰਧੇਰੀ ਰਾਤ ਹੁੰਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਹੈ, ਇਸ ਦੇ ਵਿੱਚ ਸੱਚ ਦਾ ਸੂਰਜ, ਸੱਚ ਦਾ ਚੰਦਰਮਾ ਨਹੀਂ ਦਿਸਦਾ ਕਿ ਕਿੱਥੇ ਹੈ। ਪਰ ਜਦੋਂ ਕੋਈ ਸੱਚ ਦੀ ਰੌਸ਼ਨੀ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਆਉਂਦਾ ਹੈ ਅਤੇ ਦੁਨੀਆ ਦੇ ਵਿੱਚ ਉਸ ਚੀਜ਼ ਦਾ ਪਸਾਰਾ ਕਰਦਾ ਹੈ। ਪਰ ਜਿਹੜਾ ਸੱਚ ਦਾ ਪਸਾਰਾ ਕਰਦਾ ਹੈ ਉਸ ਦੇ ਉੱਤੇ ਦੂਸ਼ਣਬਾਜ਼ੀ ਬਹੁਤ ਹੁੰਦੀ ਹੈ, ਕਿਉਂਕਿ ਲੋਕ ਉਸ ਨੂੰ ਚੱਲਦੇ ਨਹੀਂ। ਕੂੜਵਾਦੀ ਲੋਕ ਬਹੁਤ ਹੁੰਦੇ ਹਨ ਅਤੇ ਉਹ ਕੋਈ ਬਿਰਲਾ ਮਹਾਂਪੁਰਸ਼ ਹੁੰਦਾ ਹੈ ਜਿਹੜਾ ਸੱਚ ਦਾ ਚੰਦਰਮਾ ਚੜ੍ਹਾਉਣਾ ਚਾਹੁੰਦਾ ਹੈ ਕੂੜ ਦੀ ਰਾਤ ਦੇ ਵਿੱਚ, ਔਰ ਦੁਨੀਆ ਨੂੰ ਚਾਨਣ ਮਨਾਰਾ ਦਿੰਦਾ ਹੈ। ਇੱਕ ਵਾਰੀ ਬਾਬੇ ਬੁੱਲ੍ਹੇ ਸ਼ਾਹ ਚੱਲਦੇ ਚੱਲਦੇ ਕਿਸੇ ਸ਼ਾਹੂਕਾਰ ਕੋਲ ਗਏ। ਸ਼ਾਹੂਕਾਰ ਕੋਲ ਬੈਠੇ, ਸ਼ਾਹੂਕਾਰ ਦਾ ਮਨ ਮੰਨ ਗਿਆ ਅਤੇ ਆਖਦਾ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਜੀ, ਮੈਨੂੰ ਵੀ ਨਾਲ ਲੈ ਚੱਲੋ, ਅਸੀਂ ਤਾਂ ਕੂੜ ਦੇ ਵਿੱਚ ਫਸੇ ਹੋਏ ਹਾਂ, ਦਿਨ ਰਾਤ ਅਸੀਂ ਝੂਠ ਬੋਲ ਕੇ ਪੈਸੇ ਕਮਾਉਂਦੇ ਹਾਂ। ਅਤੇ ਬਾਬਾ ਬੁੱਲ੍ਹੇ ਸ਼ਾਹ ਆਖਦਾ ਹੈ ਕਿ ਲਾਲਾ ਜੀ, ਤੁਸੀਂ ਸਾਡੇ ਫਕੀਰਾਂ ਦੀ ਸੰਗਤ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਹਰ ਵੇਲੇ ਸੁੱਖ ਚਾਹੁੰਦੇ ਹੋ। ਫਕੀਰ ਤਾਂ ਅੱਜ ਰਾਤ ਇੱਥੇ ਹਨ, ਦੂਸਰੀ ਰਾਤ ਦੂਸਰੇ ਪਾਸੇ ਹਨ, ਕਦੀ ਰੋਟੀ ਮਿਲ ਗਈ, ਕਦੀ ਨਾ ਮਿਲ ਗਈ, ਕਦੀ ਲੋਕਾਂ ਨੇ ਗਾਲਾਂ ਕੱਢੀਆਂ। ਕੋਈ ਬਿਰਲੇ ਲੋਕ ਹੁੰਦੇ ਹਨ ਜਿਹੜੇ ਕਿ ਸਾਧਾਂ ਸੰਤਾਂ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਬਚਨ ਕਮਾਉਂਦੇ ਹਨ। ਜਿਹੜੇ ਪਿੱਛੇ ਲੱਗਣ ਵਾਲੇ ਲੋਕ ਹਨ ਸਾਧਾਂ ਸੰਤਾਂ ਦੇ, ਉਹਨਾਂ ਦੇ ਪਿੱਛੇ ਦੁਨੀਆ ਬਹੁਤ ਲੱਗਦੀ ਹੈ ਉਹਨਾਂ ਨੂੰ ਹਟਾਉਣ ਲਈ ਕਿ ਤੁਸੀਂ ਕਿਹੜੇ ਸਾਧ ਕੋਲ ਜਾਂਦੇ ਹੋ, ਉਹਦੇ ਕੋਲ ਕੀ ਰੱਖਿਆ ਹੋਇਆ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਦੁਨੀਆ ਦੇ ਵਿੱਚ ਜ਼ਿਆਦਾ ਇਸ ਚੀਜ਼ ਦਾ ਪ੍ਰਚਾਰ ਹੈ ਕਿ ਸਾਧ ਸੰਤ ਕੋਈ ਨਹੀਂ ਹੈ, ਕੋਈ ਭਗਤ ਨਹੀਂ ਹੈ, ਕੋਈ ਰੱਬ ਨਹੀਂ ਹੈ, ਕਿਸੇ ਕੋਲ ਜਾਓ ਨਾ, ਸਾਰੇ ਪਾਸੇ ਕੂੜ ਹੀ ਕੂੜ ਹੈ। ਇਹ ਜੋ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਹੈ, ਇਹ ਕਲਯੁਗ ਹੈ। ਕਲਯੁਗ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਚਾਰਕ ਹੋਣਗੇ ਜਿਹੜੇ ਰੱਬ ਦੇ ਭਗਤਾਂ ਤੋਂ, ਰੱਬ ਦੇ ਸੰਤਾਂ ਤੋਂ ਔਰ ਰੱਬ ਦੇ ਪਿਆਰਿਆਂ ਕੋਲੋਂ ਵਿਸ਼ਵਾਸ ਉਠਾ ਦੇਣਗੇ। ਐਸੀਆਂ ਉਦਾਹਰਨਾਂ ਦੇਣਗੇ ਕਿ ਕੂੜ ਉਹਨਾਂ ਦੀ ਜੀਭ ਦੇ ਉੱਤੇ ਵਸਿਆ ਹੋਇਆ ਹੋਵੇਗਾ। ਆਮ ਬੰਦਾ ਸੁਣ ਕੇ ਉਹਨਾਂ ਦੇ ਪਿੱਛੇ ਲੱਗ ਜਾਵੇਗਾ। ਜਿਹੜਾ ਚੰਗੇ
ਲੋਕ ਹਾਂ ਉਹਨਾਂ ਨੂੰ ਵੀ ਨਿੰਦਿਆ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ। ਪਰ ਬਾਬਾ ਬੁੱਲੇ ਸ਼ਾਹ ਦੇ ਨਾਲ ਉਹ ਜਿਹੜਾ ਲਾਲਾ ਸੀ ਉਹ ਲੱਗ ਕੇ ਤੁਰ ਪਿਆ ਕਿ ਮੈਨੂੰ ਮਹਾਰਾਜ ਤੁਸੀਂ ਆਪਣੇ ਕੋਲ ਲੈ ਚਲੋ, ਥੋੜ੍ਹੇ ਦਿਨ ਮੈਂ ਤੁਹਾਡੇ ਨਾਲ ਰਹਾਂਗਾ, ਤੁਹਾਡੀ ਸੰਗਤ ਕਰਾਂਗਾ, ਮੇਰੇ ਉੱਤੇ ਵੀ ਰੰਗ ਚਾੜ੍ਹ ਦੇਵੋ। ਬਾਬਾ ਬੁੱਲੇ ਸ਼ਾਹ ਕਹਿੰਦੇ ਠੀਕ ਹੈ ਚੱਲ। ਕਹਿੰਦੇ ਜਦੋਂ ਗਏ, ਜਾਂਦੇ ਹਨ, ਲਾਲਾ ਵੀ ਨਾਲ ਜਾਂਦਾ ਹੈ, ਸ਼ਾਹੂਕਾਰ ਨਾਲ ਤੁਰਿਆ ਜਾਂਦਾ ਹੈ। ਇੱਕ ਨਗਰ ਦੇ ਵਿੱਚ ਰਾਤ, ਦੂਸਰੇ ਨਗਰ ਦੇ ਵਿੱਚ ਰਾਤ, ਤੀਸਰੇ ਨਗਰ ਦੇ ਵਿੱਚ ਰਾਤਾਂ ਕੱਟਦੇ। ਇੱਕ ਨਗਰ ਦੇ ਵਿੱਚ ਗਏ, ਉੱਥੇ ਇੱਕ ਮਸੀਤ ਬਣੀ ਹੋਈ ਸੀ, ਕਿਸੇ ਨੇ ਰਹਿਣ ਨੂੰ ਪਨਾਹ ਨਹੀਂ ਦਿੱਤੀ। ਅਤੇ ਬਾਬਾ ਬੁੱਲੇ ਸ਼ਾਹ ਆਖਦੇ ਹਨ ਉਹ ਸ਼ਾਹੂਕਾਰ ਨੂੰ ਕਿ ਸ਼ਾਹੂਕਾਰਾ ਚੱਲ, ਆਹ ਮਸੀਤ ਬਣੀ ਹੋਈ ਹੈ, ਇਸ ਦੇ ਵਿੱਚ ਰਾਤ ਨੂੰ ਸੌਂਦੇ ਹਾਂ। ਅਤੇ ਸ਼ਾਹੂਕਾਰ ਆਖਦਾ ਹੈ ਕਿ ਮਹਾਰਾਜ ਵੀ ਇਹਦੇ ਵਿੱਚ ਸੌਣ ਵਾਲੀ ਜਗ੍ਹਾ ਨਹੀਂ ਹੈ, ਲੋਕ ਤਾਂ ਇੱਥੇ ਆ ਕੇ ਇਬਾਦਤ ਕਰਦੇ ਹਨ, ਬੰਦਗੀ ਕਰਦੇ ਹਨ, ਜਦੋਂ ਮੌਲਵੀ ਆਉਣਗੇ ਤਾਂ ਸਾਨੂੰ ਬੁਰਾ ਭਲਾ ਕਹਿਣਗੇ। ਤਾਂ ਬਾਬਾ ਬੁੱਲੇ ਸ਼ਾਹ ਕਹਿੰਦਾ ਚੁੱਪ ਕਰਕੇ ਆ ਜਾ, ਇਹ ਸਾਡੇ ਲਈ ਕੋਠੇ ਹਨ, ਰੱਬ ਦੇ ਫਕੀਰਾਂ ਲਈ। ਅੰਦਰ ਚਲੇ ਗਏ, ਜੁੱਤੀ ਸਮੇਤ ਹੀ ਉਹਨੂੰ ਵਾਲ ਲਿਆ, ਆਪੋਂ ਪੜ ਗਏ, ਜਾ ਕੇ ਅੰਦਰ ਲੰਮੇ ਪੈ ਗਏ, ਸੌਂ ਗਏ। ਜਦੋਂ ਮੌਲਵੀ ਸਵੇਰੇ ਆਇਆ ਤਾਂ ਦੇਖਦਾ ਮਸੀਤ ਵਿੱਚ ਦੋ ਬੰਦੇ ਸੁੱਤੇ ਹੋਏ ਹਨ। ਬੜਾ ਗੁੱਸਾ ਆਇਆ ਉਸ ਨੂੰ। ਜਿਹੜਾ ਸ਼ਾਹੂਕਾਰ ਸੀ ਉਸਦੇ ਚੰਗੇ ਕੱਪੜੇ ਸਨ, ਉਸ ਨੂੰ ਜਗਾ ਕੇ ਉਹਨੂੰ ਦਬ ਕੇ ਮਾਰੇ, ਇੱਥੇ ਤੱਕ ਵੀ ਉਹਦੇ ਠੁੱਡਾਂ ਵੀ ਮਾਰੀਆਂ। ਅਤੇ ਉਹਨੂੰ ਕਿਹਾ ਕਿ ਤੂੰ ਚੰਗਾ ਭਲਾ ਆਦਮੀ ਹੈ, ਇਹ ਤਾਂ ਸਦਾਈ ਹੈ ਲੱਗਦਾ ਹੈ, ਤੂੰ ਚੰਗਾ ਭਲਾ ਆਦਮੀ ਹੈ, ਤੈਨੂੰ ਕੀ ਗੱਲ, ਇੱਥੇ ਕਿਉਂ ਸੁੱਤੇ ਹੋ ਤੁਸੀਂ? ਸ਼ਾਹੂਕਾਰ ਕਹਿੰਦਾ ਕਿ ਮੈਂ ਫਲਾਨੀ ਜਗ੍ਹਾ ਦਾ ਸ਼ਾਹੂਕਾਰ ਹਾਂ। ਜਦੋਂ ਇਹ ਕਿਹਾ ਤਾਂ ਉਸ ਨੇ ਮੌਲਵੀ ਨੇ ਉਸ ਨੂੰ ਸਮਾਂ ਕੇ ਬਹੁਤ ਝਾੜ ਝੰਬ ਕੀਤੀ, ਗਾਲਾਂ ਵੀ ਕੱਢੀਆਂ, ਉਸਨੇ ਮਾਰੀਆਂ, ਵਿੱਚ ਚਪੇੜਾਂ ਵੀ ਮਾਰੀਆਂ, ਬਾਹਰ ਕੱਢ ਦਿੱਤਾ। ਬਾਬਾ ਬੁੱਲੇ ਸ਼ਾਹ ਚੁੱਪ ਕਰਕੇ ਉੱਦਾਂ ਹੀ ਬਾਹਰ ਚਲੇ ਗਏ ਅਤੇ ਤੁਰੇ ਜਾਂਦੇ ਹਨ। ਅਤੇ ਸ਼ਾਹੂਕਾਰ ਆਖਦਾ ਹੈ ਕਿ ਬਾਬਾ ਬੁੱਲਿਆ ਮੈਂ ਤੇਰੇ ਨਾਲ ਵੀ ਆਇਆ, ਦੇਖ ਲਾ ਮੈਨੂੰ ਕਿੱਦਾਂ ਦਰਕਾਰਿਆ ਲੋਕਾਂ ਨੇ, ਇਹ ਮੌਲਵੀ ਨੇ ਮੈਨੂੰ ਗਾਲਾਂ ਕੱਢੀਆਂ, ਕਿੰਨਾ ਦੁੱਖ ਲੱਗਾ। ਬਾਬਾ ਬੁੱਲੇ ਸ਼ਾਹ ਕਹਿੰਦੇ ਚੱਲ ਇੱਕ ਮੋਚੀ ਕੋਲ ਚੱਲਦੇ ਹਾਂ। ਮੋਚੀ ਕੋਲ ਗਏ, ਮੋਚੀ ਨੂੰ ਆਖਦੇ ਹਨ ਕਿ ਮੋਚੀ ਆ ਇੱਕ ਜੁੱਤੀ ਬਣਾਉਣੀ ਹੈ ਜਿਹੜੀ 1.25 ਹੱਥ ਲੰਬੀ ਹੋਵੇ। ਮੋਚੀ ਆਖਦਾ ਹੈ ਕਿ 1.25 ਹੱਥ ਤਾਂ ਕਿਸੇ ਦੇ ਪੈਰ ਹੀ ਨਹੀਂ ਹੁੰਦੇ ਲੰਬੇ, ਤਾਂ ਤੁਸੀਂ ਐਡੀ ਜੁੱਤੀ ਕੀ ਕਰਨੀ ਹੋ? ਕਹਿੰਦੇ ਤੂੰ ਬਣਾ ਦੇ, ਤੈਨੂੰ ਪੈਸੇ ਹੀ ਸ਼ਾਹੂਕਾਰ ਦੇਵੇਗਾ। ਸ਼ਾਹੂਕਾਰ ਨੇ ਪੈਸੇ ਦੇ ਦਿੱਤੇ, ਕਹਿੰਦੇ ਇੱਕ ਹਫ਼ਤੇ ਬਾਅਦ ਤੇਰੇ ਕੋਲ ਆਵਾਂਗੇ, ਜੁੱਤੀ ਤਿਆਰ ਕਰ ਦੇ। ਜੁੱਤੀ 1.25 ਹੱਥ ਦੀ ਉਸ ਮੋਚੀ ਨੇ ਤਿਆਰ ਕਰ ਦਿੱਤੀ। ਤਿਆਰ ਕਰਕੇ ਵੇਟ ਕਰਦਾ ਹੈ ਕਿ ਉਹ ਫਕੀਰ ਆਉਣਗੇ ਮੇਰੇ ਕੋਲੋਂ ਜੋੜਾ ਲੈ ਕੇ ਜਾਣਗੇ। ਕਹਿੰਦੇ ਹਨ ਕਿ ਬਾਬਾ ਬੁੱਲੇ ਸ਼ਾਹ ਹੋਣੀ ਹਫ਼ਤੇ ਬਾਅਦ ਉੱਥੇ ਆ ਗਏ ਅਤੇ ਜੁੱਤੀ ਲੈ ਲਈ, ਟਿੱਲੇ ਵਾਲੀ ਬੜੀ ਵਧੀਆ ਜੁੱਤੀ ਕੱਢੀ ਹਨ, ਅਨੋਖੀ ਜੁੱਤੀ ਸੀ, ਦੇਖ ਕੇ ਲੱਗਦਾ ਸੀ ਪਤਾ ਵੀ ਇਹ ਕਿਸੇ ਪੈਗੰਬਰ ਦੀ ਜੁੱਤੀ ਹੈ। ਝੋਲੇ ਵਿੱਚ ਜੁੱਤੀ ਪਾ ਕੇ ਫਿਰ ਮੁੜ ਕੇ ਉਸੇ ਨਗਰ ਦੇ ਵਿੱਚ ਆ ਗਏ ਜਿੱਥੇ ਮੌਲਵੀ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਸਨ। ਉਸੇ ਮਸੀਤ ਦੇ ਵਿੱਚ ਰਾਤ ਨੂੰ ਸ਼ਾਹੂਕਾਰ ਨੂੰ ਕਹਿੰਦੇ ਹੁਣ ਇੱਥੇ ਸੌਣਾ ਰਾਤ ਨੂੰ। ਉਹ ਸ਼ਾਹੂਕਾਰ ਕਹਿੰਦਾ ਵੀ ਸਾਨੂੰ ਇੰਨੀਆਂ ਗਾਲਾਂ ਕੱਢੀਆਂ ਮੌਲਵੀ ਨੇ, ਇੰਨਾ ਮੈਨੂੰ ਮਾਰਿਆ, ਅਤੇ ਮਹਾਰਾਜ ਤੁਸੀਂ ਮੈਨੂੰ ਫੇਰ ਕਹਿੰਦੇ ਇੱਥੇ ਸੌਣਾ, ਤਾਂ ਮੈਂ ਤਾਂ ਨਹੀਂ ਇੱਥੇ ਸੌਣਾ। ਉਹਨੇ ਸਵੇਰ ਨੂੰ ਫੇਰ ਆਉਣਾ ਦੀਵਾ ਜਗਾਉਣ ਲਈ, ਇਬਾਦਤ ਕਰਨ ਲਈ, ਅਤੇ ਇੱਥੇ ਨਮਾਜ਼ ਪੜ੍ਹਨੀ ਉਹਨੇ। ਅਤੇ ਬਾਬਾ ਬੁੱਲੇ ਸ਼ਾਹ ਕਹਿੰਦਾ ਤੂੰ ਆ ਜਾ, ਉਹ ਤੋਂ ਪਹਿਲਾਂ ਅਸੀਂ ਕੰਮ ਕਰ ਦੇਣਾ। ਸੌਂ ਗਏ। ਜਦੋਂ ਸਵੇਰ ਦੇ ਆਉਣ ਦਾ ਉਹਦਾ ਟਾਈਮ ਹੋਇਆ, ਉਹ ਤੋਂ ਥੋੜ੍ਹੀ ਦੇਰ ਪਹਿਲਾਂ ਉੱਠੇ ਅਤੇ ਬਾਬਾ ਬੁੱਲੇ ਸ਼ਾਹ ਨੇ ਉਹ ਜੁੱਤੀ ਦਾ ਇੱਕ ਪੈਰ ਕੱਢਿਆ ਅਤੇ ਮਸੀਤ ਦੀ ਜਿੱਥੇ ਇਬਾਦਤ ਕਰਦੇ ਹਨ ਉਸ ਜਗ੍ਹਾ ਦੇ ਉੱਤੇ ਰੱਖ ਕੇ ਕਹਿੰਦਾ ਬੁੱਲਿਆ, ਆਪਣੇ ਬੁੱਲੇ ਸ਼ਾਹ ਕਹਿੰਦੇ ਹਨ ਕਿ ਸ਼ਾਹੂਕਾਰਾ ਇਹਦੇ ਵਿੱਚ ਪਿਸ਼ਾਬ ਕਰ। ਅਤੇ ਸ਼ਾਹੂਕਾਰ ਕਹਿੰਦਾ ਪਿਸ਼ਾਬ ਕਰਕੇ ਮੈਂ ਆਪਣਾ ਹੋਰ ਨਹੀਂ ਕਰਾਉਣਾ ਕੁਛ, ਅਤੇ ਮੈਂ ਪਿਸ਼ਾਬ ਨਹੀਂ ਕਰਨਾ। ਬੁੱਲੇ ਸ਼ਾਹ ਕਹਿੰਦੇ ਵੀ ਇਹ ਮੇਰਾ ਕਹਿਣਾ ਮੰਨਣਾ ਪੈਣਾ। ਸ਼ਾਹੂਕਾਰ ਨੇ ਪਿਸ਼ਾਬ ਕੀਤਾ, ਬੁੱਲੇ ਸ਼ਾਹ ਨੇ ਵਿੱਚ ਕਰਤਾ, ਜੁੱਤੀ ਪਿਸ਼ਾਬ ਦੇ ਨਾਲ ਭਰ ਦਿੱਤੀ। ਭਰ ਕੇ ਤਾਂ ਉੱਥੋਂ ਜਾ ਕੇ ਲਾਂਭੇ ਖੜ੍ਹੇ ਹੋ ਗਏ। ਜਦੋਂ ਮੌਲਵੀ ਆਇਆ ਸਵੇਰ ਨੂੰ ਤਾਂ ਦੇਖਦਾ ਹੈ, ਉਹਨੇ ਚਿਰਾਗ ਜਗਾਇਆ, ਦੀਵਾ ਜਦੋਂ ਜਗਾਇਆ ਤਾਂ ਦੇਖਦਾ ਹੈ ਕਿ ਬੜਾ ਵੱਡਾ ਇੱਕ ਜੁੱਤੀ ਦਾ ਪੈਰ ਹੈ, ਬੜਾ ਅਨੋਖਾ ਪੈਰ ਹੈ, ਉਸ ਦੇ ਵਿੱਚ ਕੁਛ ਪਾਣੀ ਜਾਂ ਅੰਮ੍ਰਿਤ ਪਿਆ ਹੋਇਆ ਹੈ। ਉਹਨੇ ਚੰਗੀ ਤਰ੍ਹਾਂ ਗੌਰ ਨਾਲ ਦੇਖਿਆ ਤਾਂ ਫਿਰ ਜਦੋਂ ਮਾੜਾ ਜਿਹਾ ਦਿਨ ਲੱਗਾ ਚੰਨ ਤਾਂ ਰੌਲੀ ਪਾਤੀ ਉਹਨੇ ਕਿ ਰਾਤੀ ਮੁਹੰਮਦ ਆਇਆ ਸੀ ਇੱਥੇ, ਸਾਡਾ ਪੈਗੰਬਰ,
ਤੇ ਉਹ ਜਾਂਦਾ ਹੋਇਆ, ਮੈਂ ਜਰਾ ਜਲਦੀ ਆ ਗਿਆ, ਤੇ ਉਹ ਭੱਜਦਾ ਭੱਜਦਾ ਉਹਨੇ ਇੱਕ ਪੈਰ ਜੁੱਤੀ ਦਾ ਰਹਿ ਗਿਆ, ਤੇ ਜਾਂਦਾ ਹੋਇਆ ਅੰਮ੍ਰਿਤ ਪਾ ਗਿਆ ਜੁੱਤੀ ਦੇ ਵਿੱਚ। ਮੌਲਵੀ ਦਾ ਕਹਿਣਾ ਸਾਰਿਆਂ ਨੇ ਮੰਨਿਆ। ਸਾਰੇ ਲੋਕ, ਮੁਸਲਮਾਨ ਲੋਕ ਇਕੱਠੇ ਹੋ ਗਏ। ਇਕੱਠੇ ਹੋ ਕੇ ਉਹ ਆਪ ਜਾਤ ਅੰਮ੍ਰਿਤ ਸਮਝ ਕੇ, ਆਪ ਜਾਤ ਅੰਮ੍ਰਿਤ ਨੂੰ ਕਹਿੰਦੇ ਹਨ, ਅੰਮ੍ਰਿਤ ਸਮਝ ਕੇ ਕਿ ਸਾਡੇ ਪੈਗੰਬਰ ਨੇ ਇਹ ਅੰਮ੍ਰਿਤ ਦਿੱਤਾ ਹੈ ਸਾਨੂੰ। ਟੱਪਾਂ ਦੇ ਵਿੱਚ ਪਾਣੀ ਘੋਲ ਲਿਆ, ਪੀਣ ਲੱਗ ਪਏ ਚੋਲਿਆਂ ਦੇ ਨਾਲ। ਅਤੇ ਜਦੋਂ ਕੁਛ ਲੋਕ ਪੀ ਗਏ, ਅਮੀਰ ਲੋਕ, ਅਤੇ ਜਦੋਂ ਗਰੀਬਾਂ ਦੀ ਵਾਰੀ ਆਈ, ਅਤੇ ਬਾਬਾ ਬੁੱਲੇ ਸ਼ਾਹ ਉੱਚੀ ਜਗ੍ਹਾ 'ਤੇ ਖੜ੍ਹਾ ਹੋ ਗਿਆ ਦੁਨੀਆ ਦੇ ਵਿੱਚ ਆ ਕੇ, ਅਤੇ ਦੂਜਾ ਜੁੱਤੀ ਦਾ ਪੈਰ ਕੱਢ ਕੇ ਕਹਿੰਦੇ ਵੀ ਭਾਈਓ, ਵੀ ਇਸ ਜੁੱਤੀ ਦਾ ਪੈਰ ਕਿਸੇ ਨੇ ਦੇਖਿਆ ਤਾਂ ਨਹੀਂ। ਇੱਕ ਜੁੱਤੀ ਸਾਡੀ ਹੈ, ਦੂਸਰੀ ਜੁੱਤੀ ਗੁਆਚ ਗਈ। ਉਹ ਮੌਲਵੀ ਦੇਖਦੇ ਹਨ ਕਿ ਪੈਰ ਤਾਂ ਇਸੇ ਜੁੱਤੀ ਦੇ ਨਾਲ ਦਾ ਹੈ। ਉਹ ਬੁੱਲੇ ਸ਼ਾਹ ਨੂੰ ਕਹਿੰਦੇ ਵੀ ਇਹ ਪੈਰ ਤੁਹਾਨੂੰ ਕਿੱਥੋਂ ਮਿਲਿਆ? ਉਹ ਕਹਿੰਦੇ ਸਾਡੀ ਜੁੱਤੀ ਆ ਇਹ, ਅਸੀਂ ਸਾਡੇ ਸ਼ੌਂਕ ਨਾਲ ਅਸੀਂ ਬਣਾਈ ਆ। ਰਾਤ ਅਸੀਂ ਇੱਥੇ ਸੁੱਤੇ ਸੀ, ਸਾਨੂੰ ਪਿਸ਼ਾਬ ਆਇਆ, ਅਸੀਂ ਇਹਦੇ ਵਿੱਚ ਪਿਸ਼ਾਬ ਕਰ ਦਿੱਤਾ, ਅਤੇ ਅਸੀਂ ਉੱਠ ਕੇ ਬਾਹਰ ਹੋ ਗਏ, ਅਤੇ ਤੁਸੀਂ ਇਹ ਅੰਮ੍ਰਿਤ ਸਮਝ ਕੇ ਸਾਰਿਆਂ ਨੇ ਪੀ ਲਿਆ। ਜੋ ਦੋਨੇ ਪੈਰਾਂ ਨੂੰ ਮਿਲਾ ਕੇ ਦੇਖਦੇ ਹਨ, ਜੋੜਿਆਂ ਨੂੰ, ਅਤੇ ਦੋਨੇ ਇੱਕੋ ਜਿਹੇ ਹਨ। ਤਾਂ ਫਿਰ ਅਸਲੀ ਸਮਝ ਆ ਗਈ ਉਸ ਮੌਲਵੀ ਨੂੰ ਕਿ ਮੈਂ ਇਹਨਾਂ ਨੂੰ ਇਸੇ ਫਕੀਰਾਂ ਨੂੰ ਕੁੱਟਿਆ ਸੀ, ਅਤੇ ਇਹ ਉਹੀ ਹਨ। ਅਤੇ ਬਾਬਾ ਬੁੱਲੇ ਸ਼ਾਹ ਨੇ ਸ਼ਾਹੂਕਾਰ ਨੂੰ ਕਿਹਾ ਕਿ ਅੱਗੇ ਤੋਂ ਕੁਛ ਕਦੀ ਬਣਨਾ ਨਹੀਂ, ਜੇ ਤੂੰ ਬਣੇਗਾ ਕੁਛ ਤਾਂ ਫਿਰ ਲੋਕ ਗਾਲਾਂ ਕੱਢਣਗੇ, ਡਾਂਗਾਂ ਮਾਰਨਗੇ, ਸਾਡੇ ਜੁੱਤੀਆਂ ਮਾਰਨਗੇ। ਇਸ ਕਰਕੇ ਨੀਵਾਂ ਹੋ ਕੇ, ਨਿਮਰਤਾ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵਿੱਚ ਵਿਚਰਨ ਕਰਨਾ ਹੈ। ਅਤੇ ਮੌਲਵੀਆਂ ਨੂੰ ਵੀ ਇਹ ਸਜ਼ਾ ਦਿੱਤੀ, ਉਪਦੇਸ਼ ਦਿੱਤਾ। ਅਤੇ ਉੱਥੇ ਬਾਬਾ ਬੁੱਲੇ ਸ਼ਾਹ ਨੇ ਸ਼ਲੋਕ ਉਚਾਰਨ ਕੀਤਾ, ਬੜਾ ਕਹਾਵਣ ਬੜਾ ਦੁੱਖ, ਮੈਂ ਬੜਾ ਕਹਾ ਕੇ ਭੁੱਲੀ, ਬੜੇ ਬੜੇ ਊਂਠ ਮਰ ਜਾਂਦੇ ਪਾਲੇ, ਨਾ ਕੋਠਾ ਨਾ ਕੁੱਲੀ, ਬੜੇ ਬੜੇ ਰੁੱਖ ਡਿੱਗ ਪੈਂਦੇ ਜਦੋਂ ਪਵਨ ਹਨੇਰੀ ਝੁੱਲੀ, ਬੁੱਲਿਆ ਰੱਬ ਤੋਂ ਤਿੰਨੇ ਮੰਗਲਾ, ਕੁੱਲੀ ਗੁੱਲੀ ਤੇ ਜੁੱਲੀ। ਜਦੋਂ ਪਵਨ ਹਨੇਰੀ ਆਉਂਦੀ ਤਾਂ ਬੜੇ ਬੜੇ ਰੁੱਖ ਡਿੱਗ ਪੈਂਦੇ ਹਨ, ਛੋਟਿਆਂ ਦੇ ਉੱਤੋਂ ਦੀ ਹਨੇਰੀ ਹਵਾ ਵਗ ਜਾਂਦੀ ਹੈ, ਬਾਅਦ ਦੇ ਵਿੱਚ ਉਹ ਫੇਰ ਖੜ੍ਹੇ ਹੋ ਜਾਂਦੇ ਹਨ। ਬੜੇ ਬੜੇ ਰੁੱਖ ਡਿੱਗ ਪੈਂਦੇ ਜਦੋਂ ਪਵਨ ਹਨੇਰੀ ਝੁੱਲੀ, ਬੜਾ ਕਹਾਵਣ ਬੜਾ ਦੁੱਖ, ਮੈਂ ਬੜਾ ਕਹਾ ਕੇ ਭੁੱਲੀ। ਜਿਹੜਾ ਵੱਡੇ ਕਹਾਉਣਾ ਹੈ, ਦੁੱਖ ਉਹਨਾਂ ਨੂੰ ਮਿਲਦਾ ਹੈ। ਆਪਣੇ ਆਪ ਨੂੰ ਗਰੀਬ ਸਮਝੇ, ਨਿਮਰਤਾ ਦੇ ਵਿੱਚ ਰਹੇ, ਅਤੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਹੈ। ਬੜਾ ਕਹਾਵਣ ਬੜਾ ਦੁੱਖ, ਮੈਂ ਬੜਾ ਕਹਾ ਕੇ ਭੁੱਲੀ, ਬੜੇ ਬੜੇ ਊਂਠ ਮਰ ਜਾਂਦੇ ਪਾਲੇ, ਨਾ ਕੋਠਾ ਨਾ ਕੁੱਲੀ। ਊਂਠਾਂ ਨੂੰ ਤਾਂ ਹਾਥੀਆਂ ਨੂੰ ਕੋਈ ਘਰ ਨਹੀਂ ਬਣਾ ਕੇ ਦਿੰਦਾ। ਜੰਗਲ ਦੇ ਵਿੱਚ ਆਮ ਛੋਟੇ ਬ੍ਰਿਕਸ਼ ਦੇ ਥੱਲੇ ਰਹਿ ਵੀ ਨਹੀਂ ਸਕਦੇ, ਬਹੁਤ ਵੱਡਾ ਬ੍ਰਿਕਸ਼ ਹੋਵੇ ਉਸ ਦੇ ਥੱਲੇ ਹਾਥੀ ਵਿਸ਼ਰਾਮ ਕਰਦੇ ਹਨ। ਬੜੇ ਬੜੇ ਊਂਠ ਮਰ ਜਾਂਦੇ ਪਾਲੇ, ਨਾ ਕੋਠਾ ਨਾ ਕੁੱਲੀ, ਬੜੇ ਬੜੇ ਰੁੱਖ ਡਿੱਗ ਪੈਂਦੇ ਜਦੋਂ ਪਵਨ ਹਨੇਰੀ ਝੁੱਲੀ, ਬੁੱਲਿਆ ਰੱਬ ਤੋਂ ਤਿੰਨੇ ਮੰਗਲਾ, ਕੁੱਲੀ ਗੁੱਲੀ ਤਾਂ ਜੁੱਲੀ। ਖਾਣ ਨੂੰ ਰੋਟੀ ਹੋਵੇ, ਜੁੱਲੀ ਪਹਿਨਣ ਲਈ ਹੋਵੇ, ਅਤੇ ਕੁੱਲੀ ਰਹਿਣ ਲਈ ਹੋਵੇ, ਬਸ ਇੰਨੀਆਂ ਕੁ ਜ਼ਰੂਰਤਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੇ। ਜਦੋਂ ਵੱਡਿਆਂ ਨੂੰ ਪੈਂਦਾ ਹੈ ਅਤੇ ਉਦੋਂ ਹੀ ਦੁੱਖ ਮਿਲਦੇ ਹਨ। ਸੋ ਪਿਆਰੀ ਸਾਧ ਸੰਗਤ, ਇਹ ਬਾਬਾ ਬੁੱਲੇ ਸ਼ਾਹ ਦਾ ਉਪਦੇਸ਼ ਹੈ ਕਿ ਨੀਵੇਂ ਬਣ ਕੇ, ਨਿਮਰਤਾ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵਿਚਰਨ ਕਰੋ, ਤਾਂ ਕਰਕੇ ਤੁਹਾਡਾ ਜੀਵਨ ਸਫਲ ਹੋ ਸਕੇ, ਤਾਂ ਤੁਸੀਂ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।